ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਦੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ 12ਵੀਂ ਜਮਾਤ ਦੇ ਨੌਕਰਸ਼ਾਹੀ ਚੈਪਟਰ ਬਾਰੇ। ਨੌਕਰਸ਼ਾਹੀ ਕਹਿੰਦੇ ਰਹੇ ਜੀ ਲੋਕ ਸੇਵਾਵਾਂ, ਬਿਊਰੋਕਰੇਸੀ। ਨੌਕਰਸ਼ਾਹੀ ਨੂੰ ਬਿਊਰੋਕਰੇਸੀ ਕਿਹਾ ਜਾਂਦਾ ਗਾ ਇੰਗਲਿਸ਼ ਵਿੱਚ, ਅਤੇ ਅੰਗਰੇਜ਼ੀ ਵਿੱਚ ਲੋਕ ਸੇਵਾਵਾਂ ਨੂੰ ਸਿਵਲ ਸੇਵਾਵਾਂ ਕਿਹਾ ਜਾਂਦਾ ਹੈ। 12ਵੀਂ ਜਮਾਤ ਦਾ ਇਹ ਚੈਪਟਰ ਜਿਹੜਾ ਬਹੁਤ ਮਹੱਤਵਪੂਰਨ ਪ੍ਰਸ਼ਨ ਚੈਪਟਰ ਹੈ ਜੀ, ਜਿਹਦੇ ਵਿੱਚ ਅਕਸਰ ਹੀ ਜਿਹੜਾ ਇਹ 4 ਨੰਬਰ ਤੋਂ ਲੈ ਕੇ 6 ਨੰਬਰ ਤੱਕ ਦੇ ਜਿਹੜੇ ਉਹ ਪੇਪਰਾਂ ਦੇ ਵਿੱਚ ਜਿਹੜੇ ਪ੍ਰਸ਼ਨ ਉਹ ਪੁੱਛੇ ਜਾਂਦੇ ਨੇ। ਤੋਂ ਅੱਗੇ ਦੇਖਦੇ ਹਾਂ ਆਪਾਂ ਨੌਕਰਸ਼ਾਹੀ, ਲੋਕ ਸੇਵਾਵਾਂ, ਸੈਨਿਕ ਸੇਵਾਵਾਂ, ਬਿਊਰੋਕਰੇਸੀ, ਸਥਾਈ ਕਾਰਜਪਾਲਕ। ਇਹਦੇ ਵਿੱਚ ਆਪਾਂ ਜਿਹੜਾ ਪੜ੍ਹਾਂਗੇ ਰਾਜੀ ਅੱਜ ਉਹ ਦੇ ਵਿੱਚੋਂ ਅਰਥ ਅਤੇ ਪਰਿਭਾਸ਼ਾ, ਨੌਕਰਸ਼ਾਹੀ ਦੀਆਂ ਵਿਸ਼ੇਸ਼ਤਾਵਾਂ ਅਤੇ ਲੋੜ, ਨੌਕਰਸ਼ਾਹੀ ਦੇ ਕੰਮ, ਰਾਜਨੀਤਿਕ ਕਾਰਜਪਾਲਿਕਾ ਅਤੇ ਸਥਾਈ ਕਾਰਜਪਾਲਿਕਾ ਵਿੱਚ ਕੀ ਅੰਤਰ ਹੈ। ਪਹਿਲਾਂ ਗੱਲ ਕਰਦੇ ਆਪਾਂ ਇਹਦੇ ਅਰਥ ਬਾਰੇ। ਸ਼ਬਦੀ ਅਰਥ ਕੀ ਹੈ ਜੀ? ਸ਼ਬਦੀ ਅਰਥ ਮੀਨਿੰਗ। ਨੌਕਰਸ਼ਾਹੀ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਬਿਊਰੋਕਰੇਸੀ ਸ਼ਬਦ ਦਾ ਪੰਜਾਬੀ ਅਨੁਵਾਦ ਹੈ, ਜੋ ਫਾਰਸੀ ਭਾਸ਼ਾ ਦੇ ਸ਼ਬਦ ਬਿਊਰੋ ਅਤੇ ਯੂਨਾਨੀ ਭਾਸ਼ਾ ਦੇ ਸ਼ਬਦ ਕ੍ਰੇਸ਼ੀਆ ਤੋਂ ਮਿਲ ਕੇ ਬਣਿਆ ਹੈ ਜਾਂ ਲਿਆ ਗਿਆ ਹੈ, ਜਿਸ ਦਾ ਅਰਥ ਡੈਸਕ 'ਤੇ ਬੈਠ ਕੇ ਕੰਮ ਕਰਨਾ ਹੈ। ਉਸ ਤੋਂ ਅੱਗੇ ਦੀ ਪਰਿਭਾਸ਼ਾ ਹੈ ਜੀ। ਪਰਿਭਾਸ਼ਾ ਕਾਰਲ ਫੈਡਰਿਕ ਦੇ ਅਨੁਸਾਰ ਜਿਹੜਾ ਆਧੁਨਿਕ ਯੁੱਗ ਵਿੱਚ ਰਾਜਾਂ ਵਿੱਚ ਲੱਖਾਂ ਕਰਮਚਾਰੀਆਂ ਦਾ ਵਿਆਪਕ ਨੌਕਰਸ਼ਾਹੀ ਢਾਂਚਾ ਉਹਨਾਂ ਆਧੁਨਿਕ ਸਰਕਾਰਾਂ ਦਾ ਸਾਰ ਬਣਾਉਂਦਾ ਹੈ। ਉਸ ਤੋਂ ਅੱਗੇ ਪਾਲ ਐਪਲਬਾਈ ਇਹ ਤਕਨੀਕੀ ਪੱਖ ਤੋਂ ਸਿੱਖਿਅਤ ਵਿਅਕਤੀਆਂ ਦਾ ਇੱਕ ਪੇਸ਼ੇਵਰ ਵਰਗ ਹੈ ਜੋ ਤਰਤੀਬਵਾਰ ਸੰਗਠਿਤ ਹੁੰਦਾ ਹੈ, ਨਿਰਪੱਖ ਰੂਪ ਵਿੱਚ ਨਾਲ ਰਾਜ ਦੀ ਸੇਵਾ ਕਰਦਾ ਹੈ। ਉਸ ਤੋਂ ਅੱਗੇ ਹਰਮਨ ਫਾਈਨਰ ਸੈਨਿਕ ਸੇਵਾਵਾਂ ਪੇਸ਼ਾਵਰ ਅਧਿਕਾਰੀਆਂ ਦਾ ਸਥਾਈ ਤਨਖਾਹਦਾਰ ਅਤੇ ਨਿਪੁੰਨ ਵਰਗ ਹੁੰਦਾ ਹੈ। ਉਸ ਤੋਂ ਅੱਗੇ ਇਸ ਦੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਨੌਕਰਸ਼ਾਹੀ ਦੀਆਂ, ਪੇਸ਼ੇਵਰ ਅਤੇ ਨਿਪੁੰਨ ਵਰਗ। ਨੌਕਰਸ਼ਾਹੀ ਦੇ ਮੈਂਬਰ ਆਪਣੇ ਕੰਮਾਂ ਵਿੱਚ ਮਾਹਰ ਹੁੰਦੇ ਹਨ। ਇਹਨਾਂ ਨੂੰ ਆਪਣੇ ਵਿਭਾਗ ਦੀ ਜਾਣਕਾਰੀ ਹੁੰਦੀ ਹੈ ਅਤੇ ਇਹਨਾਂ ਨੂੰ ਆਪਣੇ ਕੰਮਾਂ ਦੀ ਪਾਲਣਾ ਕਰਨ ਲਈ ਪੂਰਨ ਸਿਖਲਾਈ ਦਿੱਤੀ ਜਾਂਦੀ ਹੈ। ਉਸ ਤੋਂ ਅੱਗੇ ਦੂਸਰਾ ਨਿਰਪੱਖਤਾ। ਨੌਕਰਸ਼ਾਹੀ ਨਿਰਪੱਖ ਹੁੰਦੀ ਹੈ। ਠੀਕ ਹੈ, ਜਿਹੜਾ ਨੌਕਰਸ਼ਾਹੀ ਹੈਗਾ, ਪੇਸ਼ੇਵਰ ਜਿਹੜੇ ਅਧਿਕਾਰੀ ਹੁੰਦੇ ਨੇਗੇ ਉਹ ਨਿਰਪੱਖ ਹੁੰਦੇ ਨੇਗੇ, ਕਿਸੇ ਦਾ ਪੱਖਪਾਤ ਉਹ ਨਹੀਂ ਕਰਦੇ। ਇਹ ਬਿਨਾਂ ਕਿਸੇ ਪੱਖ ਲਏ ਆਪਣੇ ਕੰਮਾਂ ਨੂੰ ਇਮਾਨਦਾਰੀ ਨਾਲ ਕਰਦੇ ਹਨ, ਰਾਸ਼ਟਰ ਪ੍ਰਤੀ ਜ਼ਿੰਮੇਵਾਰ ਹੁੰਦੇ ਹਨ। ਉਸ ਤੋਂ ਅੱਗੇ ਅਹੁਦਿਆਂ ਦੀ ਤਰਤੀਬ। ਜਿਹੜੇ ਹਰੇਕ ਵਿਭਾਗ ਦਾ ਜੀ ਵੱਖ-ਵੱਖ ਅਹੁਦਿਆਂ ਦੀ ਉਸ ਵਿੱਚ ਤਰਤੀਬ ਹੁੰਦੀ ਹੈਗੀ। ਨੌਕਰਸ਼ਾਹੀ ਦਾ ਢਾਂਚਾ ਉੱਚ ਅਧਿਕਾਰੀਆਂ ਤੋਂ ਛੋਟੇ ਅਧਿਕਾਰੀਆਂ ਵਿੱਚ ਤਰਤੀਬਵਾਰ ਵੰਡਿਆ ਹੁੰਦਾ ਹੈ। ਉਦਾਹਰਨ ਵਜੋਂ ਪ੍ਰਿੰਸੀਪਲ ਤੋਂ ਚਪੜਾਸੀ ਤੱਕ ਦੀ ਤਰਤੀਬ। ਠੀਕ ਹੈ, ਹਰੇਕ ਜਿਹੜਾ ਵਿਭਾਗ ਉਹਦੇ ਵਿੱਚ ਜਿਹੜੀ ਅਹੁਦਿਆਂ ਦੀ ਉਹ ਤਰਤੀਬਵਾਰ ਹੁੰਦੀ ਹੈ। ਉਸ ਤੋਂ ਅੱਗੇ ਯੋਗਤਾ ਦੇ ਆਧਾਰ 'ਤੇ ਭਰਤੀ
ਨੌਕਰਸ਼ਾਹੀ ਵਿੱਚ ਬਿਨਾਂ ਕਿਸੇ ਵਿਸ਼ੇਸ਼ ਸਿਫਾਰਸ਼ ਤੋਂ ਸੁਤੰਤਰ ਰੂਪ ਵਿੱਚ ਵੱਖ-ਵੱਖ ਅਹੁਦਿਆਂ ਦੀ ਯੋਗਤਾ ਅਨੁਸਾਰ ਭਰਤੀ ਹੁੰਦੀ ਹੈ। ਠੀਕ ਹੈ, ਵੱਖ-ਵੱਖ ਜਿਹੜੇ ਅਹੁਦੇ ਨੇਗੇ ਉਸ ਦੇ ਲਈ ਯੋਗਤਾਵਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਸਥਾਈ ਕਾਰਜਪਾਲਿਕਾ ਨੌਕਰਸ਼ਾਹੀ ਸਥਾਈ ਹੁੰਦੀ ਹੈ। ਠੀਕ ਹੈ, ਸਥਾਈ ਦਾ ਮਤਲਬ ਪੱਕਾ ਸਮਾਂ। ਇਹ ਮੰਤਰੀਆਂ ਵਾਂਗ 5 ਸਾਲ ਦੇ ਸਮੇਂ ਤੱਕ ਲਈ ਸ਼ਾਸਨ ਨਹੀਂ ਕਰਦੇ, ਸਗੋਂ ਰਿਟਾਇਰਮੈਂਟ ਤੱਕ ਆਪਣੇ ਅਹੁਦੇ 'ਤੇ ਸਥਿਰ ਰਹਿੰਦੇ ਹਨ। ਉਸ ਤੋਂ ਅੱਗੇ ਨੌਕਰਸ਼ਾਹੀ ਦੀ ਲੋੜ ਨੀਡ ਆਫ ਬਿਊਰੋਕਰੇਸੀ। ਆਧੁਨਿਕ ਯੁੱਗ ਵਿੱਚ ਨੌਕਰਸ਼ਾਹੀ ਲਾਜ਼ਮੀ ਹੈ। ਇਹ ਪ੍ਰਸ਼ਾਸਨ ਚਲਾਉਣ ਵਿੱਚ ਇਸ ਦਾ ਯੋਗਦਾਨ ਮਹੱਤਵਪੂਰਨ ਹੈ। ਪ੍ਰਸ਼ਾਸਨ ਦੀ ਕੁਸ਼ਲਤਾ, ਕਾਰਜਕੁਸ਼ਲਤਾ ਅਤੇ ਸਫਲਤਾ ਨੌਕਰਸ਼ਾਹੀ ਦੀ ਯੋਗਤਾ, ਇਮਾਨਦਾਰੀ ਅਤੇ ਨਿਰਪੱਖਤਾ 'ਤੇ ਨਿਰਭਰ ਕਰਦੀ ਹੈ। ਇਹ ਸਰਕਾਰ ਦੀ ਰੀੜ੍ਹ ਦੀ ਹੱਡੀ ਹੈ, ਜਿਸ ਦੇ ਆਧਾਰ 'ਤੇ ਦੇਸ਼ ਦਾ ਸ਼ਾਸਨ ਚੱਲਦਾ ਹੈ, ਜਿਸ ਦੀ ਹਰ ਗਤੀਵਿਧੀ ਸਰਕਾਰ ਨੂੰ ਕਾਮਯਾਬ ਬਣਾਉਂਦੀ ਹੈ। ਇਸ ਤੋਂ ਅੱਗੇ ਇਹ ਸਰਕਾਰ ਦਾ ਆਧਾਰ ਹੁੰਦੇ ਹਨ, ਜਿਨ੍ਹਾਂ ਦੁਆਰਾ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਦੀਆਂ ਹਨ ਅਤੇ ਸਰਕਾਰ ਅਤੇ ਜਨਤਾ ਤੱਕ ਸੰਪਰਕ ਬਣਿਆ ਰਹਿੰਦਾ ਹੈ। ਇਸ ਤੋਂ ਅੱਗੇ ਲੋਕਤੰਤਰ ਦੇਸ਼ਾਂ ਵਿੱਚ ਇਸ ਦਾ ਬਹੁਤ ਮਹੱਤਵ ਹੈ। ਚੋਣਾਂ ਪਿੱਛੋਂ ਸਰਕਾਰਾਂ ਬਦਲਣ ਅਤੇ ਸ਼ਾਸਨ ਚਲਾਉਣਾ ਕਠਿਨ ਹੈ। ਨੌਕਰਸ਼ਾਹੀ ਇਹਨਾਂ ਨਵੀਆਂ ਸਰਕਾਰਾਂ ਦੀ ਮਦਦ ਕਰਦੀ ਹੈ ਅਤੇ ਸ਼ਾਸਨ ਨੂੰ ਸਥਿਰਤਾ ਪ੍ਰਦਾਨ ਕਰਦੀ ਹੈ। ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਨੌਕਰਸ਼ਾਹੀ ਦਾ ਵਿਸ਼ੇਸ਼ ਮਹੱਤਵ ਹੈ। ਮੰਤਰੀ ਮੰਡਲ ਇਸ 'ਤੇ ਨਿਰਭਰ ਹੁੰਦਾ ਹੈ ਅਤੇ ਇਸ ਅਨੁਸਾਰ ਹੀ ਕੰਮ ਕਰਦਾ ਹੈ। ਠੀਕ ਹੈ, ਕਈ ਵਾਰ ਮੰਤਰੀ ਜਿਹੜੇ ਉਹ ਪੜ੍ਹੇ ਲਿਖੇ ਨਹੀਂ ਹੁੰਦੇ ਅਤੇ ਉਹਨਾਂ ਮੰਤਰੀਆਂ ਨੂੰ ਜਿਹੜਾ ਉਹ ਮੰਤਰੀ ਮੰਡਲ ਹੈਗਾ ਉਹਨਾਂ ਨੂੰ ਨੌਕਰਸ਼ਾਹੀਆਂ ਉੱਤੇ ਡਿਪੈਂਡ ਹੋਣਾ ਪੈਂਦਾ ਹੈਗਾ। ਉਸ ਤੋਂ ਅੱਗੇ ਨੌਕਰਸ਼ਾਹੀ ਦੇ ਕੰਮ ਫੰਕਸ਼ਨ ਆਫ ਬਿਊਰੋਕਰੇਸੀ। ਨੌਕਰਸ਼ਾਹੀ ਰਾਜਨੀਤਿਕ ਕਾਰਜਪਾਲਿਕਾ ਨੂੰ ਪ੍ਰਸ਼ਾਸਨ ਚਲਾਉਣ ਵਿੱਚ ਉਚਿਤ ਸਲਾਹ ਦਿੰਦੀ ਹੈ। ਨੀਤੀਆਂ ਨਿਰਮਾਣ ਦਾ ਕੰਮ ਰਾਜਨੀਤਿਕ ਕਾਰਜਪਾਲਿਕਾ ਕਰਦੀ ਹੈ, ਪਰ ਇਸ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਦਾ ਕੰਮ ਨੌਕਰਸ਼ਾਹੀ ਵੱਲੋਂ ਕੀਤਾ ਜਾਂਦਾ ਹੈ। ਇਸ ਦਾ ਪ੍ਰਮੁੱਖ ਕਾਰਜ ਪ੍ਰਸ਼ਾਸਨ ਚਲਾਉਣਾ ਹੈ। ਇਹ ਕਾਨੂੰਨ ਨਿਰਮਾਣ ਦੇ ਕਾਰਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਜਿਵੇਂ ਮੰਤਰੀਆਂ ਨੂੰ ਬਿੱਲਾਂ ਦੀ ਰੂਪ ਰੇਖਾ ਤਿਆਰ ਕਰਕੇ ਦੇਣਾ ਅਤੇ ਉਹਨਾਂ ਸੰਬੰਧੀ ਸਵਾਲਾਂ ਦੇ ਜਵਾਬ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੁੰਦੀ ਹੈ। ਸਾਰਾ ਵਿੱਤੀ ਕੰਮ ਨੌਕਰਸ਼ਾਹ ਦੇ ਮੈਂਬਰਾਂ ਦੁਆਰਾ ਕੀਤਾ ਜਾਂਦਾ ਹੈ। ਸਾਰੇ ਖਰਚੇ ਦਾ ਅਨੁਮਾਨ, ਗ੍ਰਾਂਟਾਂ ਦੀ ਸਹੀ ਵਰਤੋਂ, ਟੈਕਸ ਇਕੱਠੇ ਕਰਨਾ, ਸਰਕਾਰੀ ਖਰਚਿਆਂ ਦਾ ਹਿਸਾਬ ਅਤੇ ਬਜਟ ਤਿਆਰ ਕਰਨਾ ਆਦਿ ਵਿਸ਼ੇਸ਼ ਕੰਮ ਕੀਤੇ ਜਾਂਦੇ ਹਨ। ਨੌਕਰਸ਼ਾਹੀ ਨੂੰ ਨਿਆਂਇਕ ਕੰਮ ਵੀ ਸੌਂਪੇ ਗਏ ਹਨ। ਵਿਭਾਗੀ ਝਗੜਿਆਂ ਦਾ ਨਿਪਟਾਰਾ। ਠੀਕ ਹੈ, ਕਿਸੇ ਵਿਭਾਗ ਦੇ ਵਿੱਚ ਕੋਈ ਝਗੜਾ ਹੋ ਜਾਂਦਾ ਹੈਗਾ ਤਾਂ ਜਿਹੜੇ ਨੌਕਰਸ਼ਾਹੀ ਦੇ ਉਹ ਆਪਣੇ ਵਿਭਾਗ ਦੇ ਜਿਹੜੇ ਝਗੜੇ ਉਹ ਆਪ ਹੀ ਨਿਪਟਾ ਲੈਂਦੇ ਨੇਗੇ। ਹੋਰ ਮੁਕੱਦਮੀ ਕਾਰਵਾਈਆਂ, ਆਮਦਨ ਕਰ ਮੁੱਲ ਨਿਰਧਾਰਿਤ ਕਰਨ ਦੇ ਵਿਰੁੱਧ ਅਪੀਲਾਂ ਆਦਿ ਲਈ ਇਸ ਦੀ ਵਿਵਸਥਾ ਕੀਤੀ ਗਈ ਹੈ। ਉਸ ਤੋਂ ਅੱਗੇ ਇਹ ਸਰਕਾਰ ਅਤੇ ਜਨਤਾ ਵਿਚਕਾਰ ਕੜੀ ਦਾ ਕੰਮ ਕਰਦੀ ਹੈ ਅਤੇ ਸਰਕਾਰ ਨੂੰ ਸਥਿਰਤਾ ਪ੍ਰਦਾਨ ਕਰਦੀ ਹੈ। ਦੇਸ਼ ਵਿੱਚ
ਆਪਾਤਕਾਲੀ ਸਥਿਤੀਆਂ ਤੋਂ ਨਿਪਟਣ ਲਈ ਤਿਆਰ ਰਹਿੰਦੀ ਹੈ। ਉਸ ਤੋਂ ਅੱਗੇ ਰਹੀ ਨੌਕਰਸ਼ਾਹੀ ਦੇ ਵਿੱਚ ਜਿਹੜਾ ਇੱਕ ਰਾਜਨੀਤਿਕ ਕਾਰਜਪਾਲਿਕਾ ਹੁੰਦੀ, ਇੱਕ ਸਥਾਈ ਕਾਰਜਪਾਲਿਕਾ ਦੇ ਵਿੱਚ ਅੰਤਰ ਬਾਰੇ ਅੱਗੇ ਗੱਲ ਕਰਾਂਗੇ। ਇਹਦੇ ਵਿੱਚ ਜਿਵੇਂ ਆਪਾਂ ਫੋਟੋ ਦੇ ਵਿੱਚ ਦੇਖ ਰਹੇ ਹਾਂ ਜੀ, ਇੱਕ ਰਾਜਨੀਤਿਕ ਕਾਰਜਪਾਲਿਕਾ ਗਈ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਆਪਾਂ ਫੋਟੋ ਦੇਖ ਰਹੇ ਹਾਂਗੇ। ਦੂਸਰੇ ਪਾਸੇ ਸੈਕਟਰੀ ਜਿਹੜਾ ਕ੍ਰਿਸ਼ਨ ਕੁਮਾਰ, ਜਿਹੜਾ ਉਹਦਾ ਆਪਾਂ ਪਿਕਚਰ ਦੇਖ ਰਹੇ ਹਾਂਗੇ। ਉਸ ਤੋਂ ਅੱਗੇ ਆਪਾਂ ਦੇਖਦੇ ਹਾਂਗੇ ਸਥਾਈ ਕਾਰਜਪਾਲਿਕਾ ਅਤੇ ਰਾਜਨੀਤਿਕ ਕਾਰਜਪਾਲਿਕਾ ਦੇ ਵਿੱਚ ਫਰਕ ਹੁੰਦਾ ਗਾ, ਅੰਤਰ ਹੁੰਦਾ ਗਾ। ਇਹਨਾਂ ਦੀ ਨਿਯੁਕਤੀ ਚੋਣਾਂ ਦੀ ਪ੍ਰਤੱਖ ਜਾਂ ਅਪ੍ਰਤੱਖ ਵਿਧੀ ਦੁਆਰਾ ਕੀਤੀ ਹੁੰਦੀ ਹੈ। ਠੀਕ ਹੈ, ਜਿਹੜਾ ਰਾਜਨੀਤਿਕ ਕਾਰਜਪਾਲਿਕਾ ਗੀ ਉਹਦੀ ਨਿਯੁਕਤੀ ਜਿਹੜੀ ਉਹ ਵੋਟਾਂ ਪਾ ਕੇ ਜਿਹੜੀ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਹੁੰਦੀ ਹੈਗੀ। ਇਹਨਾਂ ਨੂੰ ਯੋਗਤਾ ਦੇ ਆਧਾਰ 'ਤੇ ਚੁਣਿਆ ਜਾਂਦਾ ਹੈ। ਇਹਨਾਂ ਦੀ ਯੋਗਤਾ ਰਾਜਨੀਤਿਕ ਹੋਣੀ ਚਾਹੀਦੀ ਹੈ। ਇਹਨਾਂ ਦੀਆਂ ਯੋਗਤਾਵਾਂ ਰਾਜਨੀਤਿਕ ਕਾਰਜਪਾਲਿਕਾ ਦੇ ਉਲਟ ਕਾਫੀ ਉੱਚੀਆਂ ਹੁੰਦੀਆਂ ਹਨ ਅਤੇ ਇਹਨਾਂ ਨੂੰ ਅਹੁਦੇ ਕਾਫੀ ਕਠਿਨ ਪ੍ਰੀਖਿਆਵਾਂ ਤੋਂ ਬਾਅਦ ਪ੍ਰਾਪਤ ਹੁੰਦੇ ਹਨ। ਉਸ ਤੋਂ ਅੱਗੇ ਇਸ ਦਾ ਕਾਰਜਕਾਲ 5 ਸਾਲ ਹੁੰਦਾ ਹੈ, ਪਰ ਇਹਨਾਂ ਨੂੰ ਸਮੇਂ ਤੋਂ ਪਹਿਲਾਂ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਇਸ ਦੇ ਮੈਂਬਰ ਆਪਣੀ ਰਿਟਾਇਰਮੈਂਟ ਤੱਕ ਅਹੁਦੇ 'ਤੇ ਬਣੇ ਰਹਿੰਦੇ ਹਨ। ਠੀਕ ਹੈ, ਜਿਵੇਂ 60 ਜਾਂ 58 ਸਾਲ ਦੀ ਉਮਰ ਤੱਕ ਜਿਹੜੇ ਉਹ ਨੌਕਰਸ਼ਾਹੀ ਦੇ ਜਿਹੜੇ ਨੁਮਾਇੰਦੇ ਨੂੰ ਆਪਣੇ ਅਹੁਦੇ 'ਤੇ ਬਰਕਰਾਰ ਰਹਿੰਦੇ ਨੇਗੇ। ਪਰ ਰਾਜਨੀਤਿਕ ਕਾਰਜਪਾਲਿਕਾ ਦਾ ਬੇਸ਼ੱਕ ਕਾਰਜਕਾਲ 5 ਸਾਲ ਹੁੰਦਾ ਰਹੇ, ਪਰ 5 ਸਾਲ ਤੋਂ ਪਹਿਲਾਂ ਵੀ ਉਸ ਨੂੰ ਹਟਾਇਆ ਜਾ ਸਕਦਾ ਗਾ। ਇਹਨਾਂ ਦਾ ਰਾਜਨੀਤਿਕ ਦਲਾਂ ਨਾਲ ਗੂੜ੍ਹਾ ਸੰਬੰਧ ਹੁੰਦਾ ਹੈ। ਇਹਨਾਂ ਦਾ ਕਿਸੇ ਵੀ ਰਾਜਨੀਤਿਕ ਦਲ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਕੇਵਲ ਸਰਕਾਰ ਦੇ ਨਿਰਦੇਸ਼ਾਂ 'ਤੇ ਹੀ ਕੰਮ ਕਰਦੇ ਹਨ। ਇਹਨਾਂ ਦਾ ਕੰਮ ਨੀਤੀਆਂ ਦਾ ਨਿਰਮਾਣ ਕਰਨਾ ਹੈ। ਇਸ ਰਾਜਨੀਤਿਕ ਕਾਰਜਪਾਲਿਕਾ ਦਾ ਕੰਮ ਨੀਤੀਆਂ ਨਿਰਮਾਣ ਕਰਨਾ ਗਾ। ਇਹਨਾਂ ਦਾ ਕੰਮ ਸਰਕਾਰ ਦੁਆਰਾ ਨਿਰਧਾਰਿਤ ਨੀਤੀਆਂ ਨੂੰ ਲਾਗੂ ਕਰਨਾ ਹੈ। ਇਹ ਸੀਗਾ ਜੀ ਆਪਣਾ ਨੌਕਰਸ਼ਾਹੀ ਦਾ ਜਿਹੜਾ ਚੈਪਟਰ। ਇਹਨੂੰ ਧਿਆਨ ਨਾਲ ਸੁਣ ਲਿਓ। ਆਪਣਾ ਚੈਨਲ ਹੈ ਜਿਹੜਾ ਉਹ ਸਬਸਕ੍ਰਾਈਬ ਕਰ ਲਿਓ। ਅੱਗੇ ਸ਼ੇਅਰ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਧੰਨਵਾਦ ਜੀ।